ਮੰਨੇ ਜਾਂਦੇ ਸਨ ਬਈ शिव ਦਾ ਅਵਤਾਰ ਨੇ, शिव जी ਦਾ ਅਵਤਾਰ। ਉਹਨਾਂ ਦੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੰਮ ਚੱਲਦਾ ਆ ਰਿਹਾ ਸੀ। ਉਹਨਾਂ ਨੇ ਸਾਰੇ ਭਾਰਤ ਦਾ ਰਟਨ ਕੀਤਾ ਸੀ। ਸ਼ਾਇਦ ਆਪ ਨੂੰ ਪਤਾ ਹੋਵੇ, ਇਹ ਜਿਹੜਾ ਕੇਦਾਰਨਾਥ ਮੰਦਰ ਹੈ ਜਿੱਥੇ 2013 ਦੇ ਵਿੱਚ ਹੜ੍ਹ ਆਇਆ ਸੀ, ਇਸ ਮੰਦਰ ਦੀ ਸਥਾਪਨਾ ਵੀ ਆਦਿ ਸ਼ੰਕਰਾਚਾਰਿਆ ਨੇ ਕੀਤੀ ਸੀ। ਇਹ ਘੁੰਮਦਿਆਂ ਘੁੰਮਦਿਆਂ ਬਿਹਾਰ ਪਹੁੰਚੇ। ਇਤਿਹਾਸ ਪ੍ਰਸਿੱਧ ਇਹ ਘਟਨਾ ਹੈਗੀ। ਉੱਥੇ ਇੱਕ ਪੰਡਤ ਸੀ ਮੰਡਨ ਮਿਸ਼ਰ, ਉਹਨਾਂ ਦੇ ਨਾਲ ਉਹਨਾਂ ਦਾ ਸ਼ਾਸਤਰਾਰਥ ਹੋਇਆ ਅਤੇ ਸ਼ੰਕਰਾਚਾਰਿਆ ਜੀ ਨੇ ਸਵਾਲ ਜਵਾਬ ਦੇ ਮੰਡਨ ਮਿਸ਼ਰ ਨੂੰ ਹਰਾ ਦਿੱਤਾ ਸੀ। ਜਦੋਂ ਪਤਾ ਚੱਲਿਆ ਵੀ ਮੰਡਨ ਮਿਸ਼ਰ ਹਾਰਨ ਵਾਲੇ ਨੇ, ਉਸੇ ਸਮੇਂ ਮੰਡਨ ਮਿਸ਼ਰ ਦੀ ਘਰਵਾਲੀ ਉਹ ਵੀ ਸ਼ਾਸਤਰਾਰਥ ਦੀ ਕੁੱਦ ਪਈ ਸੀ। ਅਤੇ ਇਹ ਜਤੀ ਸਤੀ ਸਨ, ਜਤੀ ਸਤੀ ਸ਼ੰਕਰਾਚਾਰਿਆ ਜੀ ਅਤੇ ਮੰਡਨ ਮਿਸ਼ਰ ਇਹ ਗ੍ਰਸਤੀ ਸਨ। ਅਤੇ ਉਹਨਾਂ ਦੀ ਇਸਤਰੀ ਨੇ ਆ ਕੇ ਗ੍ਰਸਤੀ ਦੇ ਸਵਾਲ ਕੀਤੇ, ਜਿਨ੍ਹਾਂ ਦਾ ਜਵਾਬ ਆਦਿ ਸ਼ੰਕਰਾਚਾਰਿਆ ਜੀ ਕੋਲ ਨਹੀਂ ਸੀ। ਅਤੇ ਉਹਨਾਂ ਨੇ ਮੱਥਾ ਟੇਕਿਆ ਸੀ ਮੰਡਨ ਮਿਸ਼ਰ ਦੀ ਘਰਵਾਲੀ ਨੂੰ। ਕਹਿਣ ਲੱਗੇ, ਤੁਸੀਂ ਜਨਨੀ ਹੋ ਔਰ ਤੁਸੀਂ ਧਨ ਹੋ। ਤੁਸੀਂ ਜੋ ਸਵਾਲ ਕੀਤਾ ਮੈਂ ਤਾਂ ਜਵਾਬ ਤਾਂ ਦੇ ਸਕਦਾ, ਮਗਰ ਮੈਨੂੰ 1 ਮਹੀਨੇ ਦਾ ਸਮਾਂ ਚਾਹੀਦਾ। ਮੇਰਾ ਕਹਿਣ ਤੋਂ ਭਾਵ ਵੀ ਸਾਹਮਣੇ ਵਾਲੇ ਨੂੰ ਕੇਵਲ ਹਰਾਣਾ, ਸ਼ਾਸਤਰਾਰਥ ਵਿੱਚ ਹਰਾਣਾ, ਬਸ ਇਹੀ ਕੰਮ ਚੱਲ ਰਿਹਾ ਸੀ। ਆਇਆ ਸਮਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ, ਅਤੇ ਅਮਰਦਾਸ ਮਹਾਰਾਜ ਜੀ ਦੀ, ਗੁਰੂ ਅਮਰਦਾਸ ਮਹਾਰਾਜ ਬੱਲੇ ਸਾਹਿਬਜ਼ਾਦੇ ਮਹਾਰਾਜ ਦੀ ਉਪਮਾ ਦੇਸਾਂ ਦੇਸਾਂਤਰਾਂ ਦੀ ਹੱਦਾਂ ਟੱਪ ਕੇ ਅੱਜ ਬਨਾਰਸ ਪਹੁੰਚੀ, ਕਾਸ਼ੀ। ਅਤੇ ਕਾਸ਼ੀ ਤੋਂ ਇੱਕ ਪੰਡਿਤ ਜਿਹਦਾ ਨਾਮ ਇਤਿਹਾਸ ਦੇ ਪੰਡਿਤ ਬੇਣੀ ਕਰਕੇ ਲਿਖਿਆ ਹੈ। ਬੇਣੀ ਇੱਕ ਭਗਤ ਵੀ ਨੇ ਜਿਨ੍ਹਾਂ ਦੀ ਬਾਣੀ ਹੈਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਭਗਤ ਬੇਣੀ ਜੀ। ਉਹ ਨਹੀਂ, ਇਹ ਪੰਡਿਤ ਬੇਣੀ ਚਲਿਆ ਗੱਡਿਆਂ ਦੇ ਗੱਡੇ ਧਰਮ ਗ੍ਰੰਥਾਂ ਦੇ ਲੱਦ ਕੇ ਅਤੇ ਗੋਇੰਦਵਾਲ ਸਾਹਿਬ ਵੱਲ ਰਾਹ ਦੇ ਵਿੱਚ ਜਿਹੜਾ ਮਿਲਿਆ ਉਹਨੂੰ ਹਰਾਇਆ, ਉਹਦੇ ਸਾਰੇ ਧਰਮ ਗ੍ਰੰਥ ਖੋਹ ਕੇ ਅਤੇ ਤੁਰੀ ਜਾ ਰਿਹਾ। ਅਤੇ ਆਪਣੇ ਗਰਭ ਦੇ ਵਿੱਚ ਇੰਨਾ ਗਰਬੀਲਾ ਹੋ ਚੁੱਕਿਆ ਸੀ, ਇੰਨਾ ਹੰਕਾਰੀ ਹੋ ਚੁੱਕਿਆ ਸੀ, ਕਹਿੰਦਾ ਮੇਰੇ ਸਾਹਮਣੇ ਕੋਈ ਟਿਕ ਹੀ ਨਹੀਂ ਸਕਦਾ। ਅਤੇ ਮਨ ਦੇ ਵਿੱਚ ਵਿਉਂਤਾ ਬਣਾਉਂਦਾ ਆਂਦਾ, ਹੁਣ ਅੱਜ ਵਾਰੀ ਹੈਗੀ ਗੋਇੰਦਵਾਲ ਦੇ ਮਾਲਕ ਦੀ, ਦੇਖਦੇ ਹਾਂ ਸਾਡੇ ਸਾਹਮਣੇ ਕਿੰਨੀ ਕੁ ਦੇਰ ਰੁਕ ਸਕਦਾ। ਭੋਲੇ ਭਾਲੇ ਬੰਦਿਆਂ ਨੂੰ ਤਾਂ ਭਾਵੇਂ ਜੋ ਮਰਜ਼ੀ ਦਿਖਾਈ ਜਾਵੇ, ਜੋ ਮਰਜ਼ੀ ਕਹਿੰਦੇ ਰਹਿਣ, ਮਗਰ ਇੱਕ ਵਿਦਵਾਨ ਪੁਰਸ਼ ਦੇ ਸਾਹਮਣੇ 2 ਮਿੰਟ ਨਹੀਂ ਟਿਕ ਪਾਏਗਾ। ਮੰਡਨ ਮਿਸ਼ਰ ਇਸ ਤਰ੍ਹਾਂ, ਪੰਡਿਤ ਬੇਣੀ ਇਸ ਤਰ੍ਹਾਂ ਦੀ ਵਿਉਂਤ ਬਣਾਉਂਦਾ ਸੋਚਦਾ ਮਨ ਚਾਲਾਕੀਆਂ ਕਰਦਾ ਪਹੁੰਚ ਗਿਆ ਅੱਜ ਗੋਇੰਦਵਾਲ ਸਾਹਿਬ। ਸਾਰੇ ਹਿੰਦੁਸਤਾਨ ਨਾਲ ਗੋਇੰਦਵਾਲ ਸਾਹਿਬ ਜੀ ਦਾ ਵਾਤਾਵਰਨ ਬਿਲਕੁਲ ਅਲੱਗ। ਉੱਥੇ ਕੋਈ ਕਿਸੇ ਦੀ ਨਿੰਦਿਆ ਨਹੀਂ ਕਰਦਾ, ਕੋਈ ਕਿਸੇ ਦੀ ਚੁਗਲੀ ਨਹੀਂ ਕਰਦਾ, ਕੋਈ ਕਿਸੇ ਦੀ ਗੱਲ ਨਹੀਂ ਕਰਦਾ। ਸਾਰੇ ਦੇ ਸਾਰੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਾਤ ਵਰਨ ਨੂੰ ਮਿਟਾਉਣ ਵਾਸਤੇ ਇੱਥੇ ਤੱਕ ਹੁਕਮ ਕਰਤਾ ਸੀ ਬਈ ਪਹਿਲੇ ਪੰਗਤ ਪਾਛੇ ਸੰਗਤ, ਇੱਕੇ ਪੰਗਤ ਦੇ ਵਿੱਚ ਬੈਠ ਕੇ ਤੁਸੀਂ ਲੰਗਰ ਛਕੋਗੇ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਪ੍ਰਾਪਤ ਹੋਣਗੇ। ਅਤੇ ਜਿਹੜੇ ਸੁੱਚ ਪਿੱਟ ਦੇ ਪੁਜਾਰੀ ਸਨ, ਮਹਿਸੂਸ ਕਰੋ, ਜਿਹੜੇ ਸੁੱਚ ਪਿੱਟ ਦੇ ਪੁਜਾਰੀ ਸਨ ਉਹ ਇੰਨੀ ਆਸਾਨੀ ਨਾਲ ਕਿੱਥੇ ਮੰਨਣ ਵਾਲੇ ਸਨ। ਇਹ ਇੱਕ ਵੱਖਰਾ ਵਿਸ਼ਾ ਹੈ ਇਤਿਹਾਸ ਦਾ, ਮਗਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੰਕੁਸ਼ ਲਾ ਦਿੱਤਾ ਸੀ ਇਸ ਤਰ੍ਹਾਂ ਦੀਆਂ ਚਾਲਾਕੀਆਂ ਦੇ ਉੱਤੇ। ਸਮਾਜ ਦੀਆਂ ਮਹਾਰਾਜ ਨੇ ਅੰਕੁਸ਼ ਲਾ ਦਿੱਤਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਣਾਏ ਹੋਏ ਵਿਧਾਨ ਦੇ ਅਨੁਸਾਰ ਪੰਡਿਤ ਬੇਣੀ ਪਹੁੰਚਿਆ ਅਤੇ ਉਹਨੇ ਵੇਖਿਆ ਵੀ ਇੱਥੇ ਦਾ ਤਾਂ ਮਾਹੌਲ ਹੀ ਕੁਛ ਹੋਰ ਹੈ। ਇੱਥੇ ਕੋਈ ਕਿਸੇ ਨਾਲ ਚਲਾਕੀ ਨਹੀਂ ਕਰਦਾ, ਕੋਈ ਗਿਆਨ ਦੀ ਗੱਲ ਨਹੀਂ ਕਰਦਾ, ਕੋਈ ਕੁਛ ਨਹੀਂ, ਸਾਰੇ ਇੱਕੋ ਜਗ੍ਹਾ ਬੈਠ ਕੇ ਲੰਗਰ ਛਕ ਰਹੇ ਨੇ ਇੱਕੋ ਪੰਗਤ ਦੇ ਵਿੱਚ। ਅਤੇ ਇਹ ਸੀ ਜਾਤ ਦਾ ਪੰਡਿਤ, ਇਹ ਕਿਸ ਤਰ੍ਹਾਂ ਇੰਨੀ ਆਸਾਨੀ ਨਾਲ ਮੰਨ ਜਾਂਦਾ। ਹੁਣ ਦੱਸਿਆ ਤਾਂ ਹੋਇਆ ਸੀ ਵੀ ਇੱਕੋ ਪੰਗਤ ਦੇ ਵਿੱਚ ਲੰਗਰ ਛਕਣਾ ਹੈਗਾ। ਹੁਣ ਸ਼ਰਮ ਦੇ ਮਾਰੇ ਬੈਠ ਕੇ ਪੰਗਤ ਦੇ ਵਿੱਚ ਲੰਗਰ ਕਿਸ ਤਰ੍ਹਾਂ ਛਕ ਲਵੇ, ਕਿਉਂਕਿ ਮਨ ਦੇ ਵਿੱਚ ਜਾਤ ਦਾ ਹੰਕਾਰ ਸੀ, ਹਉਮੈ ਵੜੀ ਹੋਈ ਸੀ ਅੰਦਰ। ਸਮਝ ਰਹੇ ਹੋ ਨਾ, ਅੰਦਰ ਵੱਡੇ ਹੋਣ ਦੀ ਅੰਦਰ ਹਉਮੈ ਸੀ ਬਈ ਮੈਂ ਤਾਂ ਉੱਚੀ ਕੁਲ ਦਾ ਮਾਲਕ ਹੈਗਾ,
हम बड कब कुलीन, हम पंडित हम जोगी सन्यासी, ज्ञानी गुनी सूर हम दाते, ए बुध कवे ना नास। असी बड़े विद्वान पंडित ए नीचों के नाल बैठ के लंगर छकीए, हो ही नहीं सकता। की चलाकी चली इन्हें, कहता जी मेरा वर्त हैगा, मेरा वर्त है, मेरा नेम है, जे जिस दिन मैं वर्त रखदा मैं लंगर नहीं छकदा, लंगर नहीं छकदा। चलो जी, महाराज ने यह भी कह दे भी किसी को अगर किसी का नेम इस तरह का हैगा तो उन्होंने कंपैल नहीं करना, मजबूर नहीं करना। दरबार साहब पहुँच गए जी, अंदर महाराज के समक्ष संगत सतनाम वाहिगुरु का जाप कर दिए, दर्शन कर दिए, भेटा रख दिए, बाणी सुन दिए। ए पंडित एक दिन बीतिया, 2 दिन बीतिया, 3 दिन बीतिया, ए जिवें जिवें वेखी जावे उवें उवें अंदरों औखा होई जावे। बई हैं इत्थे ते बिल्कुल कलयुग वरतदा पिया, इत्थे ते घोर अनर्थ हो रहा, इत्थे ते सारी वर्णा का इक्को थां ते भोग पै रहा, सारे इक्को थां बैठ के लंगर छकते हैं, कोई गल नहीं करता किसी की, कोई ज्ञान की चर्चा नहीं करता, कोई कुछ नहीं हैगा इत्थे, ना वर्त है, ना यज्ञ है, ना हवन है, ना कुछ है, ना कोई तुलसी माला पाता है, ना कोई तिलक लगाता है, इत्थे तो कोई कहानी नहीं इस तरह की। तो एक दिन जो 3-4 दिन बीत गए इन्हों बैठ के वाचदे आया दरबार साहब नूं, ते 5वें दिन ए खड़ा होके कहंदा है भरी संगत दे विच, की कहंदा है पता, कहंदा महाराज जी तुहाडी संगत दा की बनूगा, ए ते बेचारे बहुत गरीब भोले भाले ने, ना ए वर्त रखते ने, ना ए तीर्थ यात्रा करते ने, ना ए तुलसी माला पाते ने, ना ए हवन यज्ञ करते ने, ना ए कोई टीका लाते ने, ना ए धोती पाउंदे ने, ए धर्म का कोई कर्म नहीं करते, इन्हां दी मुक्ति किस तरह होएगी, तुसीं इन्हां नूं सीधा राह क्यों नहीं दसदे हो। ते जानी जान सतगुरु भले साहिबजादे धन श्री गुरु अमरदास महाराज बड़े वजन के नाल मुस्कुराए, कहन लगे पंडित जी एक गल का जवाब दिओ, एक गल का जवाब दिओ। ए अजोके समय नाल संबंध करके मैं आप जी के अगे रखन लगा। आपनूं याद है यह गल तो कोई भुल ही नहीं सकता ना, बई अज तो 4 साल पहले की वो घटना जिन्हें देश के हर बंदे नूं मजबूर कर दिता सी। वो की घटना सी, जदों नोटबंदी हुई सी, हर बंदा आहत होया सी। नोट हैगे सन, अपने हाथ दे नोट बेगाने हो गए, 1 मिनट भी बेगाने हो गए। सारी जिंदगी इकट्ठे किते, कोडी कोडी करके जोड़े, 1 मिनट भी कहता भी है कागज़ के टुकड़े, इन्हां दी कोई वैल्यू नहीं, इन्हां दी कोई वैल्यू नहीं। वो नोट सन अपने कमाए हुए सन, और ऐसा मेरे हिंदुस्तान के इतिहास ने नहीं, वर्ल्ड के इतिहास ने वेख्या बई लोगों ने अपनी जमा की हुई पूंजी सड़कों के उत्ते सुट्टी, नहरों के विच सुट्टी, गुरुद्वारियां दे विच दे के आए, कट्टियां दे कट्टे भर के, बैगां दे बैग भर के गुपत ही रख आए। सब ने वेख्या, शायद मेरे नालों ज़्यादा तुसीं लोगों ने वेख्या होएगा, सुनिया होएगा। तुसीं दिल्ली रहिंदे हो, आपां तो छोटे ਜਿਹੇ शहर च रहिंदे हां। हर बंदा मजबूर होया उस वेले। अज अगर वो तुहाडे कोल उस समय का 500 का नोट या 1000 का नोट चलाना चाहो तो चलेगा? बाजार दे विच वो 500 का नोट या 1000 का नोट चलाना चाहो चलेगा? कोडी मुल नहीं हैगा, उसका नहीं चले। कमाया भी तुहाडा ही सी, कमाया भी तुहाडा सी, मगर अज चलाना चाहो तो कोडी मुल नहीं हैगा। संभाल के तो रखिया सी तुसी, मगर अज चलाना चाहो तो कीमत कोडी नहीं हैगी। कोडी जेड़े अज कमाए हुए ने, चलो मन लिया भी जेड़े अज कमाए हुए ने तुहाडे इत्थे दे नोट, ए तुसी अमरीका जाके चलाना चाहो नहीं चलणगे। उत्थे दी करंसी चाहिदी जिहड़ी उत्थे चलदी। जे तुसी उस देश में जा रहे हो, जिस देश में जा रहे हो उस देश की करंसी उस टाइम तुहानूं चाहिदी, दूजे देश की करंसी नहीं चलेगी, कन्वर्ट करानी पैंदी जाण तो पहले। ठीक इसी तरीका है
ਇਹ ਵਰਤ ਰੱਖਣੇ, श्राद्ध करने, यज्ञ हवन करने, महाराज उच्चारण करते हैं ਇਹ ਉਹਨਾਂ युगां का धर्म है। पुराने युगां ਦਾ ਧਰਮ ਸੀ ਇਹ, ਉਸ ਸਮੇਂ ਇਹ ਚੱਲਦੇ ਸਨ। ਮਗਰ ਕਲਯੁਗ ਦੇ ਵਿੱਚ ਕਲ ਕੇਵਲ ਨਾਮ ਆਧਾਰ। ਕਲਯੁਗ ਵਿੱਚ ਕੇਵਲ ਸ਼ਬਦ ਆਇਆ ਨਾਮ ਦੇ ਨਾਲ, ਕੇਵਲ, ਓਨਲੀ, ਹੋਰ ਕੋਈ ਤੁਹਾਡੇ ਕੋਲ ਆਪਸ਼ਨ ਨਹੀਂ ਹੈਗਾ। ਇਸ ਸਮੇਂ ਅਗਰ ਕੋਈ ਚੀਜ਼ ਚੱਲਦੀ ਹੈ ਜਗਤ ਦੇ ਵਿੱਚ ਤੇ ਕੇਵਲ ਨਾਮ ਹੈਗਾ। ਉਹ ਵੀ ਪ੍ਰਭੂ ਦਾ ਜਪਿਆ ਹੋਇਆ ਨਾਮ ਹੀ ਚੱਲੇਗਾ, ਕੀਰਤੀ ਗਾਇਨ ਹੀ ਚੱਲੇਗੀ, ਤੁਹਾਡੇ ਨਾਲ ਹੋਰ ਕੁਝ ਨਹੀਂ ਚੱਲੇਗਾ। ਦਰਗਾਹ ਦੇ ਵਿੱਚ ਅਗਰ ਵੈਲਿਊ ਹੈ ਕਲਯੁਗ ਦੇ ਵਿੱਚ, ਤੇ ਮਹਾਰਾਜ ਦੀ ਬਾਣੀ ਕਹਿੰਦੀ ਕੇਵਲ ਜਪੇ ਹੋਏ ਤੁਹਾਡੇ ਨਾਮ ਦੀ ਵੈਲਿਊ ਹੈ ਦਰਗਾਹ ਦੇ ਵਿੱਚ। ਇਹ ਕਰੰਸੀ ਚੱਲਣੀ ਹੈਗੀ ਹੈ। ਵਰਤ ਰੱਖੇ ਧਰਮ ਦੇ ਨਾਂ ਦੇ ਉੱਤੇ, ਸਰਾਧ ਕੀਤੇ ਹੋਏ ਧਰਮ ਦੇ ਨਾਂ ਦੇ ਉੱਤੇ, ਯੱਗ ਹਵਨ ਕੀਤੇ, ਇਹ ਨਹੀਂ ਚੱਲਣ। ਚੱਲਦੇ ਸਨ ਪਹਿਲੇ, ਚੱਲਦੇ ਸਨ, ਹੁਣ ਨਹੀਂ। 500 ਦੇ ਨੋਟ ਪੁਰਾਣੇ ਚੱਲਦੇ ਸਨ, 2016 ਵਿੱਚ ਚੱਲਦੇ ਸਨ। ਉਹ 500 ਦਾ ਨੋਟ ਅੱਜ ਨਹੀਂ ਚੱਲਦਾ। 1000 ਦਾ ਨੋਟ ਚੱਲਦਾ ਸੀ, ਉਸ ਸਮੇਂ ਤੱਕ ਚੱਲਦਾ ਸੀ। 8 ਨਵੰਬਰ 2016 ਤੱਕ ਚੱਲਦਾ ਸੀ, ਉਸ ਤੋਂ ਬਾਅਦ ਮਿੱਟੀ ਹੋ ਗਈ। ਚੱਲਦੇ ਸਨ, ਚੱਲਦੇ ਸਨ। ਇਹ ਵਰਤ, ਯੱਗ, ਹਵਨ ਚੱਲਦੇ ਸਨ ਪੰਡਤ ਜੀ। ਇਹ ਉਹਨਾਂ ਯੁੱਗਾਂ ਦੇ ਵਿੱਚ ਚੱਲਦੇ ਸਨ ਜਦੋਂ ਇਹਨਾਂ ਦੀ ਲੋੜ ਸੀ। ਹੁਣ ਸਮਾਂ ਕਲਯੁਗ ਦਾ, ਤੇ ਕਲਯੁਗ ਦੇ ਵਿੱਚ ਪੰਡਤ ਜੀ ਕੇਵਲ ਨਾਮ, ਕਲ ਕੇਵਲ ਨਾਮ ਆਧਾਰ। ਸਤਯੁਗ ਸਤ, त्रेता जग्गी, द्वापर पूजा चार, तीनों युग तीनों दृढ़े, कल केवल नाम आधार। कलयुग केवल नाम की कहानी हैगी है। यह जपिया होया नाम महाराज बार बार सानू हर शब्द दे विच प्रेरित करने दे पुरखा, यह जपिया होया ना ही तेरा दरगाह भी तेरे नाल चलेगा, और कोई संसारी धन पदार्थ तेरे नाल नहीं जाएगा। हर हर नाम संग तेरी चले, ਇਹ ਹਰੀ ਦਾ ਜਪਿਆ ਹੋਇਆ ਨਾਮ ਹੀ ਤੇਰੇ ਨਾਲ ਚੱਲੇਗਾ, ਹੋਰ ਕੁਛ ਨਹੀਂ ਚੱਲੇਗਾ। ਪੰਡਤ ਨੇ ਇਹ ਗੱਲ ਸੁਣੀ, ਸੰਗਤ ਦੇ ਦਰਸ਼ਨ ਕੀਤੇ, ਮਹਾਰਾਜ ਦੇ ਪਾਵਨ ਮੁਖਾਰ ਵਿੱਚੋਂ ਸੁਣੇ। ਅੰਦਰ ਤੀਰ ਵੱਜਾ, ਓਏ ਹੋਏ ਪੰਡਤਾ, ਤੂੰ ਤੇ ਸਾਰੀ ਜ਼ਿੰਦਗੀ ਕੇਵਲ ਹੰਕਾਰ ਹੀ ਇਕੱਠਾ ਕਰਦਾ ਰਹਿ ਗਿਆ, ਗਿਆਨ ਦੀਆਂ ਚਰਚਾਵਾਂ ਹੀ ਇਕੱਠੀਆਂ ਕਰਦਾ ਰਹਿ ਗਿਆ। ਦੂਜੇ ਨੂੰ ਹਰਾਣਾ ਹੀ ਤੂੰ ਆਪਣਾ ਨਿਯਮ ਬਣਾ ਲਿਆ, ਦੂਜੇ ਨੂੰ ਨੀਵਾਂ ਦਿਖਾਣਾ ਹੀ ਤੂੰ नियम बना लिया कि यह जीवन है। गुरु अमरदास महाराज जी ने जिस टाइम आईना विखाया, आईना आईना, तो आईने का काम सबनों ही पता है, शीशे में अपना ही मूँह दिखाई देता है। तो महाराज के पावन पवित्र बचनों के विच पंडित को अपना आईना दिखाई दे गया, भाई मैं तो कख भी नहीं, धर्म के नाँ ते चर्चावां ही करता रह गया, कुछ भी नहीं किया मैं तो। महाराज की बाणी कहती आगे को कुछ तुलहा बांधो, क्या भरवासा तनका, अगाह की कोई तैयारी करो, अगे वास्ते कुछ जोड़ो। असी किते यात्रा ते जाना होवे ते बड़ियां तैयारियां करते हैं, ए लै वो लै, वो चीज़ इकट्ठी कर, कपड़े लै, पैसे लै, बड़ा कुछ इकट्ठा करते हैं। तो जाए जहाँ तुद वरतना तिसकी चिंता ना है। जिथे असी 2-4 दिन महीने वास्ते जाना होवे उत्थे ले असी बड़ियां तैयारियां करते हैं, तो जिथे जीव ने सजीव काल लई रहना है उत्थे लई की तैयारी है साडी। इस करके महाराज उच्चारण कर आगे को, ਜਿਹੜਾ ਅਗਲਾ ਟਾਈਮ ਆਉਣ ਵਾਲਾ ਹੈ, ਦਰਗਾਹ ਦੇ ਵਿੱਚ ਜਿੱਥੇ ਜਾ ਕੇ ਮੂੰਹ ਵਿਖਾਣਾ ਹੈ, ਉੱਥੇ ਵਾਸਤੇ ਸਾਡੀ ਕੀ ਤਿਆਰੀ ਹੈ। ਪੰਡਤ ਨੇ ਜਦੋਂ ਇਹ ਸੁਣਿਆ, ਮਹਾਰਾਜ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਤੇ ਹੁਣ ਕੀ ਕਹਿੰਦਾ, ਧਿਆਨ ਦਿਓ। ਦਰਸ਼ਨ ਮੰਗਹੁ ਦੇਹ ਪਿਆਰੇ, ਤੁਮਰੀ ਕਿਰਪਾ ਕੌਣ ਕੌਣ ਨਾ ਤਾਰੇ। ਹੁਣ ਤੁਸੀਂ ਕਹੋਗੇ ਵੀ ਮਹਾਰਾਜ ਦੇ ਦਰਸ਼ਨ ਤੇ ਹੁੰਦੇ ਹੀ ਪਏ ਨੇ, ਹੁੰਦੇ ਹੀ ਪਏ ਨੇ, दर्शन तो होंदे ही पे ने। नहीं 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 नहीं, इत्थे दर्शन के अर्थ ने गुरु मंत्र, दर्शन के अर्थ ने गुरु देव, तुसी अपना मंत्र बख्शो। दर्शन मांगू देह प्यारे। चलो जे नहीं गल खुलती, इधर एक होर आप जी अगे इशारा रखा। जदों सुमेर पर्वत के उत्ते इन्हां दी सिद्धां दी ते श्री गुरु नानक देव महाराज जी की गोष्ठी हुई, तो उस वेले सिद्ध मंडली ने सारिਆਂ ने इकट्ठे होकर एक बचन किया है। भाई गुरदास जी ने अपने कलमबंद किया है, सब सिद्धि मने विचारिया। सारे सिद्धां ने आपस में इकट्ठे होकर महाराज जी की खेडों तो प्रभावित होकर इस गल के उत्ते आके फैसला किया, किवें दर्शन ए लेवे बाला।
84 सिद्ध ते सामने बैठे हैं। जे दर्शन के अर्थ होंगे तो दर्शन तो सारे दे हो ही रहे सन। उत्थे दर्शन के अर्थ ने गुरु मंत्र किवें दर्शन ये लेवे बाला। बाला दे अर्थ ये छोटा जिहा बालक, क्योंकि इन्हां सिद्धां की उम्र जिहड़ी हैगी सी महाराज के सामने 450 500 950 साल तक की उम्र के सिद्ध बैठे सन, तो उन्हां दे सामने 38 साल का तो बालक ही सी ना। यह कहते हैं किवें दर्शन ये लेवे बाला। दर्शन दे अर्थ भी यह साडा गुरु मंत्र किस तरह धारण करेगा, असी यह कोई जुगती अपनाईए। तो पंडित बेणी कहता है गुरु अमरदास महाराज हुण गुरु मंत्र की दात बख्शो, दर्शन मांगू देह प्यारे। दर्शन गुरु मंत्र दिओ। तो जदों महाराज ने बख्शिश की तो सब तो पहला काम पता पंडित बेणी ने की किया? ए जिन्ने गड्ढे इकट्ठे किए हुए सन धर्म ग्रंथां दे शास्त्रार्थ लोगों को हरा हरा के उन्होंने धर्म दीयां पोथियां इकट्ठियां कीतियां होईयां, यह सारियां दरियाए ब्यासा बहा के आया। सब नालों पहले इतिहास गवाह जे, इतिहास गवाह जे। एक वो समा सी जदों पंडित अपने गर्भ दे विच फुलिया हुंदा सी ते बड़ा हंकार दे विच सी, ते अज उही पंडित है अंदरों हंकार बिल्कुल ही खत्म हो गया, लम्मा पै गया महाराज के चरणों से। तो महाराज उच्चारण करते हैं कोई जात करके नीवा होंदा है तो कोई कर्म करके नीवा होंदा है। जात करके नीवे तो शायद थोड़े होण, कर्मा करके तो असी सारे नीवे बने हुए हैं, गुस्ताखी मां। तो महाराज उच्चारण करते हैं जे कोई ऐसा मनुख जिहड़ा कर्मा करके बहुत नीवा हो चुका है, जिस नीच को कोई ना जाने, नाम जपत ओ चौं कुंट माने। उहदा जस जिहड़ा हैगा जिन्हों कोई नहीं सी जानदा, फिर जदों वो गुरु के चरनां विच डिठा तो जदों उन्हें बंदगी करनी आरंभ की तो बंदगी फलीभूत होई, चौं कुंटां दे विच उन्हां दा मान होना शुरू हो गया। मैं कई बार कथा दे विच आप जी के चरणों ये बेनती की है भाई 15 भगतां की बाणी गुरु ग्रंथ साहिब महाराज जी शोभाएमान ने। 15 भगतां दे विचों सारे भगत जिहड़े ने लगभग नीवीं जातां नाल संबंध रखण वाले। रामानंद जी, परमानंद जी, भगत पीपा जी, बाबा फरीद साहब, इन्हों दी बाणी अगर एक पासे की जाए तो श्री कबीर, नामदेव जी, सदना जी, सैन जी, ये सारे के सारे रविदास जी नीवीं जात नाल संबंध रखते। तो एक होर विचार, जदों उन्हां दा जन्म होया तो उस समय मुगलों का राज सी हिंदुस्तान की धरती के उत्ते, मुसलमानों का राज सी। अज किसी को नहीं पता होएगा भी जिहड़े इलाके दे बाबा कबीर साहब जी रहिंदे सन उत्थे दा राजा कौन सी, उस इलाके किन्ने अमीर बंदे रहा करते सन, धनाड़ बंदे रहिंदे सन, जिन्हां कोल पाई पैसे का घाटा कोई सी, नौकर चाकर जिन्हां दे अगे पिछे फिरदे सन। अज उन्हां दा नामो निशान नहीं है, इतिहास दे विच कोई नहीं जानता उन्होंने। मगर बाबा कबीर जी नाल कोल कख भी नहीं सी संसारी धन, अज उन्होंने बच्चा बच्चा जानता। नाम जपत और चौं कुंट माने, चौहां दिशा दे विच पाओ, पूरे संसार दे विच उन्हां दा जस फैलिया होया। जिहड़े गुरु के चरणों के नाल परिपूर्ण परमात्मा के चरणों नाल जिहड़ा जुड़ जाता है, फिर उहदी उपमा सारे संसार दे विच होंदी है। सारा संसार ऐसे गुरमुखां दी, संतां दी, भगतां दी जय जयकार करदा है जिहड़े गुरु के चरणों नाल जुड़ जाते हैं। तो जुड़न का इको एक तरीका हैगा, गुरु के दसे हुए पूरियां दे उत्ते असीं तुरीए। तो गुरु कहता है नाम जपो, आपां 1 मिनट नाम जपीए, फिर समाप्ति है। जपो सारे वाहिगुरू 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 वाहिगुरू। सारी संगत खुल के वाहिगुरू 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 वाहिगुरू।
ਵਾਹਿਗੁਰੂ 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 ਵਾਹਿਗੁਰੂ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ। ਜਿਹੜਾ ਗੁਰੂ ਕੇਵਲ ਨਾਮ ਜਪਣ ਲਈ ਸਾਨੂੰ ਪ੍ਰੇਰਦਾ ਹੈ, ਕੋਈ ਕਰਮ ਕਾਂਡ ਕਰਨ ਨੂੰ ਨਹੀਂ ਕਹਿੰਦਾ। ਨਾ ਕਹਿੰਦਾ ਤੂੰ ਵਰਤ ਰੱਖ, ਨਾ ਕਹਿੰਦਾ ਤੂੰ ਹਵਨ ਕਰ, ਨਾ ਕਹਿੰਦਾ ਤੂੰ ਕਾਲਾ ਧਾਗਾ ਪਾ, ਨਾ ਕਹਿੰਦਾ ਤੂੰ ਮਣੀਆਂ ਦੀ ਪੂਜਾ ਕਰ। ਜਿਹੜਾ ਇੱਕ ਦਾ ਪੁਜਾਰੀ ਹੈ, ਇੱਕ ਨਾਲ ਜੁੜਿਆ ਹੈ, ਇੱਕ ਨਾਲ ਜੋੜਦਾ ਹੈ, ਐਸੇ ਗੁਰੂ ਕੇ ਪ੍ਰਥਾਏ ਗੁਰੂ की बाणी कहती है गुरवड भागी पाया, ऐसा गुरवड भागी पाया, गुर गुरवड भागी पाया, ऐसा गुरवड भागी पाया, गुरवड धन गुरु अर्जन देव साहिब जी, धन गुरु अर्जन देव साहिब जी। बहुत बहुत धन्यवाद। बेअंत त्रुटियां अवज्ञा गलतियां हो गई, मूर्ख नूं बख्श लेना संगत जी। बड़ी किरपा की गुरु ग्रंथ साहिब महाराज जी ने, प्रबंधकां ने, ਬੱਬੀ ਵੀਰ ਜੀ, ਰਾਜਾ ਵੀਰ ਜੀ, ਮਨਜੀਤ ਵੀਰ ਜੀ, ਜਦੋਂ ਮੌਕਾ ਮਿਲਦਾ ਹੈ, ਜਦੋਂ ਆ ਕੇ ਬੇਨਤੀ ਕਰੋ, ਕਦੀ ਮਨਾ ਨਹੀਂ ਕੀਤਾ ਇਹਨਾਂ। ਖੁੱਲ੍ਹਾ ਸਮਾਂ ਬਖਸ਼ ਦਿੰਦੇ ਨੇ ਵੀ ਸੰਗਤ ਦੇ ਵਿੱਚ ਤੁਸੀਂ ਆ ਕੇ ਬਚਨ ਬਿਲਾਸ ਕਰੋ। ਮੈਂ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ, ਗੁਰੂ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਨਾਮ ਦੀ ਦਾਤ ਬਖਸ਼ਣ, ਆਪਣੇ ਚਰਨਾਂ ਨਾਲ ਜੋੜਨ, ਆਪਸੀ ਪ੍ਰੇਮ ਪਿਆਰ ਵਧਾਉਣ। आप सारी संगत के उत्ते गुरु साहब अपना मेहर भरिया बख्शिश भरिया हथ रखन। जिन्ने भी बचन सतगुरु ने कराए ने, ये सारे बचन आप जी के हिरदियां च वसन, ते आप दे चरणों के पैरों पिछे ये बचन मेरे भी हिरदे च वसन। मैं भी इन्हां बचनों की कमाई कर सकां। इन्नियां बेनतियां प्रवान, भुलां चुकां दी क्षमा। सारियां दा धन्नवाद। वाहिगुरू जी का खालसा, वाहिगुरू जी की फतेह।